ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਅੰਕ 125 ਮਾਝ ਮਹਿਲਾ ਪੰਜਵਾਂ। ਗੁਰਮੁਖ ਮਿਲੇ ਮਲਾਏ ਆਪੇ। ਜਿਹੜਾ ਮਨੁੱਖ ਗੁਰੂ ਦਾ ਆਸਰਾ ਪੰਨਾ ਲੈਂਦਾ ਹੈ ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ। ਪਰਮਾਤਮਾ ਆਪ ਹੀ ਉਸ ਨੂੰ ਗੁਰੂ ਮਿਲਾਉਂਦਾ ਹੈ। ਕਾਲ ਨਾ ਜੋ ਹੈ ਦੁੱਖ ਨਾ ਸੰਤਾਪੇ। ਅਜਿਹੇ ਮਨੁੱਖ ਨੂੰ ਆਤਮਿਕ ਮੌਤ ਆਪਣੀ ਤਨ ਵਿੱਚ ਨਹੀਂ ਰੱਖਦੀ। ਉਸ ਨੂੰ ਕੋਈ ਦੁੱਖ ਕਲੇਸ਼ ਸਤਾ ਨਹੀਂ ਸਕਦਾ। ਹਉਮੈ ਮਾਰ ਬੰਧਨ ਸਭ ਤੋੜੈ। ਗੁਰਮੁਖ ਸ਼ਬਦ ਸੁਹਾਵਣਿਆ। ਗੁਰੂ ਦੇ ਆਸਰੇ ਰਹਿਣ ਵਾਲਾ ਮਨੁੱਖ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਮਾਇਆ ਦੇ ਮੋਹ ਦੇ ਸਾਰੇ ਬੰਧਨ ਤੋੜ ਲੈਂਦਾ ਹੈ। ਗੁਰੂ ਦੇ ਸ਼ਬਦ ਦੇ ਰਾਹੀਂ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ। ਹਉ ਵਾਰੀ ਜੀਉ ਵਾਰੀ ਹਰ ਹਰ ਨਾਮ ਸੁਹਾਵਣਿਆ। ਮੈਂ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹਾਂ ਜਿਹੜਾ ਪਰਮਾਤਮਾ ਦੇ ਨਾਮ ਵਿੱਚ ਜੁੜ ਕੇ ਆਪਣਾ ਜੀਵਨ ਸੁੰਦਰ ਬਣਾ ਲੈਂਦਾ ਹੈ। ਗੁਰਮੁਖ ਗਾਵੈ ਗੁਰਮੁਖ ਨਾਚੈ ਹਰ ਸੇਤੀ ਚਿਤ ਲਾਵਣਿਆ। ਰਹਾਉ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ ਦੇ ਗੁਣ ਗਾਉਂਦਾ ਰਹਿੰਦਾ ਹੈ। ਉਸ ਦਾ ਮਨ ਨਾਮ ਸਿਮਰਨ ਦੇ ਹੁਲਾਰੇ ਵਿੱਚ ਆਇਆ ਰਹਿੰਦਾ ਹੈ। ਗੁਰੂ ਦਾ ਆਸਰਾ ਰੱਖਣ ਵਾਲਾ ਮਨੁੱਖ ਪਰਮਾਤਮਾ ਦੇ ਚਰਨਾਂ ਨਾਲ ਆਪਣਾ ਮਨ ਜੋੜੀ ਰੱਖਦਾ ਹੈ। ਗੁਰਮੁਖ ਜੀਵੈ ਮਰੈ ਪ੍ਰਵਾਨ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਤਮਿਕ ਜੀਵਨ ਪ੍ਰਾਪਤ ਕਰ ਲੈਂਦਾ ਹੈ ਤੇ ਹਉਮੈ ਵੱਲੋਂ ਮਰਿਆ ਰਹਿੰਦਾ ਹੈ। ਇਸ ਤਰ੍ਹਾਂ ਉਹ ਪ੍ਰਭੂ ਦੀਆਂ ਨਜ਼ਰਾਂ ਵਿੱਚ ਕਬੂਲ ਹੋ ਜਾਂਦਾ ਹੈ। ਆਰਜਾ ਨਾ ਛੀਜੈ ਸ਼ਬਦ ਪਛਾਣ। ਉਸ ਦੀ ਉਮਰ ਵਿਅਰਥ ਨਹੀਂ ਜਾਂਦੀ। ਗੁਰੂ ਦਾ ਸ਼ਬਦ ਦਾ ਜੀਵਨ ਸਾਥੀ ਬਣਿਆ ਰਹਿੰਦਾ ਹੈ। ਗੁਰਮੁਖ ਮਰੇ ਨਾ ਕਾਲ ਨਾ ਖਾਏ। ਗੁਰਮੁਖ ਸੱਚ ਸਮਾਵਣਿਆ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਤਮਿਕ ਮੌਤ ਤੋਂ ਬਚਿਆ ਰਹਿੰਦਾ ਹੈ। ਆਤਮਿਕ ਮੌਤ ਉਸ ਉੱਤੇ ਜ਼ੋਰ ਨਹੀਂ ਪਾ ਸਕਦੀ। ਉਹ ਸਦਾ ਸਿਰ ਪ੍ਰਭੂ ਦੀ ਯਾਦ ਵਿੱਚ ਲੀਨ ਰਹਿੰਦਾ ਹੈ। ਗੁਰਮੁਖ ਹਰ ਦਰ ਸੋਭਾ ਪਾਏ। ਗੁਰੂ ਦੇ ਆਸਰੇ ਪਰਨੇ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਦਰ 'ਤੇ ਸੋਭਾ ਖੱਟਦਾ ਹੈ। ਗੁਰਮੁਖ ਵਿੱਚੋਂ ਆਪ ਗਵਾਏ। ਉਹ ਆਪਣੇ ਅੰਦਰੋਂ ਆਪਾ ਭਾਵ ਦੂਰ ਕਰੀ ਰੱਖਦਾ ਹੈ। ਆਪ ਤਰੇ ਕੁਲ ਸਗਲੈ ਤਾਰੇ। ਗੁਰਮੁਖ ਜਨਮ ਸੰਵਾਰਨਿਆ। ਉਹ ਆਪ ਸੰਸਾਰ ਸਮੁੰਦਰ ਦੇ ਵਿਕਾਰਾਂ ਤੋਂ ਪਾਰ ਲੰਘ ਜਾਂਦਾ। ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਪਾਰ ਲੰਘਾ ਲੈਂਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣਾ ਜੀਵਨ ਸਵਾਰ ਲੈਂਦਾ ਹੈ। ਗੁਰਮੁਖ ਦੁੱਖ ਕਦੇ ਨਾ ਲੱਗੈ ਸਰੀਰ। ਗੁਰਮੁਖ ਦੁੱਖ ਕਦੇ ਨਾ ਲੱਗੈ ਸਰੀਰ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸਦੇ ਸਰੀਰ ਵਿੱਚ ਕਿਤੇ ਹਉਮੈ ਦਾ ਰੋਗ ਨਹੀਂ ਲੱਗਦਾ। ਗੁਰਮੁਖ ਹਉਮੈ ਚੂਕੈ ਪੀਰ। ਉਸਦੇ ਅੰਦਰੋਂ ਹਉਮੈ ਦੀ ਪੀੜ ਖਤਮ ਹੋ ਜਾਂਦੀ ਹੈ। ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲਾਗੈ। ਗੁਰਮੁਖ ਸਹਿਜ ਸਮਾਵਣਿਆ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਮਨ ਹਉਮੈ ਦੀ ਮੈਲ ਤੋਂ ਸਾਫ਼ ਰਹਿੰਦਾ ਹੈ। ਗੁਰੂ ਦਾ ਆਸਰਾ ਲੈਣ ਕਰਕੇ ਉਸ ਨੂੰ ਫਿਰ ਹਉਮੈ ਦੀ ਮੈਲ ਨਹੀਂ ਚਿੰਬੜਦੀ। ਉਹ ਆਤਮਿਕ ਅਡੋਲਤਾ ਵਿੱਚ ਲੀਨ ਰਹਿੰਦਾ ਹੈ। ਗੁਰਮੁਖ ਨਾਮ ਮਿਲੇ ਵਡਿਆਈ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ। ਲੋਕ ਪਰਲੋਕ ਵਿੱਚ ਇੱਜ਼ਤ ਮਿਲਦੀ ਹੈ। ਗੁਰਮੁਖ ਗੁਣ ਗਾਵੈ ਸੋਭਾ ਪਾਈ। ਉਹ ਪਰਮਾਤਮਾ ਦੇ ਗੁਣ ਗਾਉਂਦਾ ਹੈ ਤੇ ਹਰ ਥਾਂ ਸੋਭਾ ਖੱਟਦਾ ਹੈ। ਸਦਾ ਆਨੰਦ ਰਹੈ ਦਿਨ ਰਾਤੀ। ਗੁਰਮੁਖ ਸ਼ਬਦ ਕਰਾਵਣਿਆ। ਗੁਰੂ ਦੇ ਦਰ 'ਤੇ ਟਿਕੇ ਰਹਿਣ ਵਾਲਾ ਮਨੁੱਖ ਸਦਾ ਦਿਨ ਰਾਤ ਆਤਮਿਕ ਆਨੰਦ ਵਿੱਚ ਮਗਨ ਰਹਿੰਦਾ ਹੈ। ਉਹ ਸਦਾ ਪਰਮਾਤਮਾ ਦੀ ਸਿਫਤ ਸਲਾਹ ਦੀ ਕਾਰ ਕਰਦਾ ਹੈ। ਗੁਰਮੁਖ ਅੰਨ ਦਿਨ ਸ਼ਬਦੈ ਰਾਤਾ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹਰ ਵੇਲੇ ਗੁਰੂ ਦੇ ਸ਼ਬਦ ਵਿੱਚ ਰੰਗਿਆ ਰਹਿੰਦਾ ਹੈ। ਗੁਰਮੁਖ ਜੁਗ ਚਾਰੇ ਹੈ ਜਾਤਾ।
ਸਦਾ ਤੋਂ ਇਹ ਨਿਯਮ ਹੈ ਕਿ ਗੁਰੂ ਦੇ ਦਰ 'ਤੇ ਰਹਿਣ ਵਾਲਾ ਮਨੁੱਖ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ। ਗੁਰਮੁਖ ਗੁਣ ਗਾਵੇ ਸਦਾ ਨਿਰਮਲ, ਸਬਦ ਦੇ ਭਗਤ ਕਰਾਵਣਿਆ। ਉਹ ਸਦਾ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਅਤੇ ਪਵਿੱਤਰ ਜੀਵਨ ਵਾਲਾ ਬਣਿਆ ਰਹਿੰਦਾ ਹੈ। ਗੁਰੂ ਦੇ ਸ਼ਬਦ ਦੇ ਰਾਹੀਂ ਉਹ ਪ੍ਰਮਾਤਮਾ ਦੀ ਭਗਤੀ ਕਰਦਾ ਹੈ। ਵਾਜ ਗੁਰੂ ਹੈ ਅੰਧ ਅੰਧਾਰਾ, ਗੁਰੂ ਦੀ ਸਰਨ ਤੋਂ ਬਿਨਾਂ ਮਾਇਆ ਦੇ ਮੋਹ ਦਾ ਘੁੱਪ ਹਨੇਰਾ ਛਾਇਆ ਰਹਿੰਦਾ ਹੈ। ਜਿਮ ਕਾਲ ਗਰਠੇ ਕਰੇ ਪੁਕਾਰਾ, ਇਹ ਹਨੇਰੇ ਦੇ ਕਾਰਨ ਜਿਨ੍ਹਾਂ ਨੂੰ ਆਤਮਿਕ ਮੌਤ ਨੇ ਗ੍ਰਸ ਲਿਆ ਹੁੰਦਾ ਹੈ, ਉਹ ਦੁਖੀ ਹੋ ਕੇ ਪੁਕਾਰਾਂ ਕਰਦੇ ਰਹਿੰਦੇ ਹਨ, ਦੁੱਖਾਂ ਦੇ ਗਿਲੇ ਕਰਦੇ ਰਹਿੰਦੇ ਹਨ। ਅਨ ਦਿਨ ਰੋਗੀ ਬਿਸ਼ਟਾ ਕੇ ਕੀੜੇ, ਬਿਸ਼ਟਾ ਮਾਹੇ ਦੁੱਖ ਪਾਵਣਿਆ। ਉਹ ਹਰ ਵੇਲੇ ਵਿਕਾਰਾਂ ਦੇ ਰੋਗ ਵਿੱਚ ਫਸੇ ਰਹਿੰਦੇ ਹਨ ਅਤੇ ਦੁੱਖ ਸਹਿੰਦੇ ਰਹਿੰਦੇ ਹਨ। ਜਿਵੇਂ ਗੰਧ ਦੇ ਕੀੜੇ ਗੰਧ ਵਿੱਚ ਹੀ ਕੁਰਬਲ ਕੁਰਬਲ ਕਰਦੇ ਰਹਿੰਦੇ ਹਨ। ਗੁਰਮੁਖ ਆਪੇ ਕਰੇ ਕਰਾਏ, ਜਿਹੜਾ ਮਨੁੱਖ ਗੁਰੂ ਦੀ ਸ਼ਰਨ ਵਿੱਚ ਰਹਿੰਦਾ ਹੈ ਉਸ ਨੂੰ ਫਿਰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਪ੍ਰਭੂ ਸਭ ਜੀਵਾਂ 'ਚ ਵਿਆਪਕ ਹੋ ਕੇ ਆਪ ਹੀ ਸਭ ਕੁਝ ਕਰਦਾ ਹੈ ਅਤੇ ਜੀਵਾਂ ਪਾਸੋਂ ਕਰਾਉਂਦਾ ਹੈ। ਗੁਰਮੁਖ ਹਿਰਦੇ ਬੂਠਾ ਆਪ ਆਏ, ਉਸ ਦੇ ਹਿਰਦੇ ਵਿੱਚ ਪਰਮਾਤਮਾ ਆਪ ਅਵਸਥਾ ਹੈ। ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਇਹ ਨਾਨਕ ਪਰਮਾਤਮਾ ਦੇ ਨਾਮ ਵਿੱਚ ਜੁੜਿਆਂ ਲੋਕ ਪਰਲੋਕ ਵਿੱਚ ਆਦਰ ਮਿਲਦਾ ਹੈ ਅਤੇ ਪ੍ਰਭੂ ਦਾ ਨਾਮ ਪੂਰੇ ਗੁਰੂ ਪਾਸੋਂ ਹੀ ਮਿਲਦਾ ਹੈ। ਮਾਝ ਮਹੱਲਾ ਤੀਜਾ। ਏਕਾ ਜੋਤ ਜੋਤ ਹੈ ਸਰੀਰਾ, ਸਭ ਸਰੀਰਾਂ ਵਿੱਚ ਪਰਮਾਤਮਾ ਦੀ ਹੀ ਜੋਤ ਵਿਆਪਕ ਹੈ। ਅਜਿਹਾ ਨਿਸ਼ਚਾ ਸ਼ਬਦ ਦਿਖਾਏ ਸਤਿਗੁਰ ਪੂਰਾ, ਪੂਰਾ ਗੁਰੂ ਆਪਣੇ ਸ਼ਬਦ ਵਿੱਚ ਜੋੜ ਕੇ ਸਰਨ ਆਏ ਮਨੁੱਖ ਨੂੰ ਵਿਖਾ ਦਿੰਦਾ ਹੈ। ਆਪੇ ਫਰਕ ਕੀਤੋਨ ਘਟ ਅੰਤਰ, ਆਪੇ ਬਣਤ ਬਣਾਵਣਿਆ। ਪਰਮਾਤਮਾ ਨੇ ਆਪ ਹੀ ਸਭ ਜੀਵਾਂ ਦੀ ਬਣਾਵਟ ਬਣਾਈ ਹੈ, ਪੈਦਾ ਕੀਤੇ ਹਨ ਅਤੇ ਆਪ ਹੀ ਉਸਨੇ ਸਾਰੇ ਸਰੀਰਾਂ ਵਿੱਚ ਆਤਮਿਕ ਜੀਵਨ ਦਾ ਫਰਕ ਬਣਾਇਆ ਹੋਇਆ ਹੈ। ਹਉ ਵਾਰੀ ਜਿਉ ਵਾਰੀ, ਹਰ ਸੱਚੇ ਕੇ ਗੁਣ ਗਾਵਣਿਆ। ਮੈਂ ਸਦਾ ਉਹਨਾਂ ਮਨੁੱਖਾਂ ਤੋਂ ਸਦਕੇ ਕਰਵਾਉਣ ਜਾਂਦਾ ਹਾਂ ਜਿਹੜੇ ਸਦਾ ਇੱਥੇ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਹਨ। ਵਾਹਿਗੁਰੂ ਕੋ ਸਹਿਜ ਨ ਪਾਏ, ਗੁਰਮੁਖ ਸਹਿਜ ਸਮਾਵਣਿਆ। ਰਹਾਉ। ਆਤਮਿਕ ਡੋਲਤਾ ਵਿੱਚ ਰਹਿ ਕੇ ਹੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ ਅਤੇ ਗੁਰੂ ਦੀ ਸ਼ਰਨ ਤੋਂ ਬਿਨਾਂ ਕੋਈ ਮਨੁੱਖ ਆਤਮਿਕ ਡੋਲਤਾ ਹਾਸਲ ਨਹੀਂ ਕਰ ਸਕਦਾ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹੀ ਆਤਮਿਕ ਡੋਲਤਾ ਵਿੱਚ ਰਹਿੰਦੇ ਹਨ। ਰਹਾਉ। ਤੂੰ ਆਪੇ ਸੋਹੇ ਆਪੇ ਜਗ ਮੋਹੇ, ਹੇ ਕਰਤਾਰ ਤੂੰ ਆਪ ਹੀ ਜਗਤ ਰਚ ਕੇ ਜਗਤ ਰਚਨਾ ਦਾ ਰਾਹੀਂ ਆਪਣੀ ਜਗਤ ਰਤਨਾ ਦੀ ਰਾਹੀਂ ਆਪਣੀ ਸੁੰਦਰਤਾ ਵਿਖਾ ਰਿਹਾ ਹੈ ਅਤੇ ਉਸ ਸੁੰਦਰਤਾ ਨਾਲ ਤੂੰ ਆਪ ਹੀ ਜਗਤ ਨੂੰ ਮੋਹਿਤ ਕਰਦਾ ਹੈ। ਤੂੰ ਆਪੇ ਨਦਰੀ ਜਗਤ ਪਰੋਵਹਿ, ਤੂੰ ਆਪ ਹੀ ਆਪਣੀ ਮਿਹਰ ਦੀ ਨਿਗਾਹ ਨਾਲ ਜਗਤ ਨੂੰ ਆਪਣੀ ਕਾਇਮ ਕੀਤੀ ਮਰਿਆਦਾ ਦੇ ਧਾਗੇ ਵਿੱਚ ਪਰੋਈ ਰੱਖਦਾ ਹੈ। ਤੂੰ ਆਪੇ ਦੁੱਖ ਸੁੱਖ ਦੇਵੈ ਕਰਤੇ, ਗੁਰਮੁਖ ਹਰ ਦਿਖਾਵਣਿਆ। ਹੈ ਕਰਤਾਰ ਤੂੰ ਆਪ ਹੀ ਜੀਵਾਂ ਨੂੰ ਦੁੱਖ ਦਿੰਦਾ ਹੈ, ਆਪ ਹੀ ਜੀਵਾਂ ਨੂੰ ਸੁੱਖ ਦਿੰਦਾ ਹੈ। ਹੇ ਹਰੀ, ਗੁਰੂ ਦੀ ਸ਼ਰਨ ਪੈਣ ਵਾਲੇ ਬੰਦੇ ਹਰ ਥਾਂ ਤੇਰਾ ਦਰਸ਼ਨ ਕਰਦੇ ਹਨ। ਆਪੇ ਕਰਤਾ ਕਰੇ ਕਰਾਏ, ਸਾਰੇ ਜੀਵਾਂ ਵਿੱਚ ਵਿਆਪਕ ਹੋ ਕੇ ਕਰਤਾਰ ਆਪ ਹੀ ਸਭ ਕੁਝ ਕਰ ਰਿਹਾ ਹੈ ਅਤੇ ਜੀਵਾਂ ਪਾਸੋਂ ਕਰਾ ਰਿਹਾ ਹੈ। ਆਪੇ ਸ਼ਬਦ ਗੁਰ ਮਨ ਵਸਾਏ, ਕਰਤਾਰ ਆਪ ਹੀ ਗੁਰੂ ਦਾ ਸ਼ਬਦ ਜੀਵਾਂ ਦੇ ਮਨ ਵਿੱਚ ਵਸਾਉਂਦਾ ਹੈ। ਸਭ ਦੇ ਉਪਜੇ ਅੰਮ੍ਰਿਤ ਬਾਣੀ, ਗੁਰਮੁਖ ਆਖ ਸੁਣਾਵਣਿਆ। ਗੁਰੂ ਦੇ ਸ਼ਬਦ ਦੇ ਰਾਹੀਂ ਆਤਮਿਕ ਜੀਵਨ ਦੇਣ ਵਾਲੀ ਸਿਫਤ ਸਲਾਹ ਦੀ ਬਾਣੀ ਦੀ ਲਗਨ ਪੈਦਾ ਜੀਵਾਂ ਦੇ ਅੰਦਰ ਹਿਰਦੇ ਵਿੱਚ ਪੈਦਾ ਹੁੰਦੀ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਿਫਤ ਸਲਾਹ ਦੀ ਬਾਣੀ ਉਚਾਰ ਕੇ ਹੋਰਨਾਂ ਨੂੰ ਵੀ ਸੁਣਾਉਂਦਾ ਹੈ। ਆਪੇ ਕਰਤਾ ਆਪੇ ਭੁਗਤਾ, ਕਰਤਾਰ ਆਪ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ, ਸਭ ਜੀਵਾਂ ਵਿੱਚ ਵਿਆਪਕ ਹੋ ਕੇ ਆਪ ਹੀ ਦੁਨੀਆ ਦੇ ਪਦਾਰਥ ਭੋਗਣ ਵਾਲਾ ਹੈ। ਬੰਧਨ ਤੋੜੇ ਸਦਾ ਹੈ ਮੁਕਤਾ, ਕਰਤਾਰ ਆਪ ਹੀ ਸਾਰੇ ਜੀਵਾਂ ਦੇ ਮਾਇਆ ਦੇ ਮੋਹ ਦੇ ਬੰਧਨ ਤੋੜਦਾ ਹੈ ਅਤੇ ਉਹ ਆਪ ਸਦਾ ਹੀ ਬੰਧਨਾਂ ਤੋਂ ਸੁਤੰਤਰ ਹੈ। ਸਦਾ ਮੁਕਤ ਆਪ ਹੈ
सच्चा आपे अलख लखावणिया सदा थे रहने वाला करतार आप सदा ही निर्लेप है, आप ही अदृष्ट भी है ते आप ही अपना स्वरूप जीवां नूं विखालण वाला है। आपे माया आपे छाया करतार ने आप ही माया पैदा की है, उसने आप ही माया का प्रभाव पैदा किया है। आपे मोह सब जगत पाया करतार ने आप ही माया का मोह पैदा किया है, आप ही सारा जगत पैदा किया है। आपे गुणदाता गुण गावे आपे आख सुनावणिया करतार आप ही अपने गुणों की दात जीवां नूं देण वाला है। आप ही अपने गुण जीवां विच व्यापक होके गांदा है, आप ही अपने गुण उचार के होरनां नूं सुणांदा है। आपे करे कराए आपे सब जीवां विच व्यापक होके करतार आप ही सब कुछ कर रहा है ते आप ही जीवां पासों करा रहा है। आपे थाप उतापे आपे करतार आप ही जगत की रचना करके आप ही जगत का नाश करता है। तुझ ते बाहर कछु ना होवे तू आपे कारे लावणिया। हे प्रभु जो कुछ जगत में हो रहा है तेरे हुक्म तो बाहर कुछ नहीं हुंदा, तू आप ही सब जीवां नूं कार विच ला रहा है। आपे मारे आप जवाए परमात्मा आप ही किसी जीव नूं आत्मिक मौत दे रहा है, किसी नूं आत्मिक जीवन बख्श रहा है। आपे मेले मेल मिलाए प्रभु आप ही जीवां नूं गुरु मिलांदा है ते गुरु मिला के अपने चरनां विच जोड़दा है। सेवा ते सदा सुख पाया गुरमुख सहज समावणिया गुरु दसी सेवा करन वाले ने सदा आत्मिक आनंद माणिया है। गुरु दे सन्मुख रहण वाला मनुख आत्मिक अडोलता विच लीन रहिंदा है। आपे ऊंचा आपे ऊंचो होई परमात्मा अपनी समर्था नाल आप ही माया के प्रभाव तो बहुत ही ऊंचा है। जिस आप विखाले सो वेख्या कोई, जिस किसी बड़भागी नूं अपनी यह समर्था परमात्मा आप विखलांदा है, वो वेख लैंदा है कि प्रभु बड़ियां ताकतां वाला है। नानक नाम बसे घट अंतर आपे वेख विखावणिया। हे नानक परमात्मा ही अपनी ही मेहर नाल किसी बड़भागी मनुख के हिरदे विच उसका नाम वसदा है तो मनुख विच प्रगट होकर प्रभु आप ही अपने स्वरूप का दर्शन करके होरनां नूं दर्शन करांदा है। वाहिगुरू जी का खालसा वाहिगुरू जी की फतेह।